किताब विपरण की रीत तो सच दा मार्ग भाग चौथा। लेखक सरदार गुरबख्श सिंह काला अफगाना। दूजे कांड का चौथा भाग पुरोहितवादी कुटलनीति की उपज ये त्यौहार श्राद्ध। भाग पंजवां नवरात्रे। वाहिगुरू जी का खालसा वाहिगुरू जी की फतेह। श्राद्ध पुस्तक के 6वें भाग के दूजे कांड विचले ਕਿਰਿਆ ਕਰਮ ਅਤੇ ਗੁਰਬਾਣੀ ਲੇਖ ਵਿੱਚ ਸ਼ਰਾਧਾਂ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਹੈ। ਇੱਥੇ ਤਿਉਹਾਰਾਂ ਵਿੱਚ ਵੀ ਪਹਿਲੇ ਨੰਬਰ 'ਤੇ ਸ਼ਰਾਧਾਂ ਦਾ ਸੰਖੇਪ ਜ਼ਿਕਰ ਇਸ ਕਰਕੇ ਹੈ ਕਿਉਂਕਿ ਸ਼ਰਾਧਾਂ ਦੇ ਦਿਨ ਵੀ ਇੱਕ ਤਿਉਹਾਰ ਦੀ ਸ਼ਕਲ ਮੱਲ ਬੈਠੇ ਹਨ। ਇਹ ਸ਼ਰਾਧ ਤਿਉਹਾਰ ਬ੍ਰਾਹਮਣ ਦੀ ਆਮਦਨ ਦਾ ਬੜਾ ਪੱਕਾ, ਬੜਾ ਵਿਸ਼ਾਲ ਅਤੇ ਬੜਾ ਹੀ ਠੋਸ ਸਾਧਨ ਹੈ। ਹਿੰਦੂਆਂ ਦਾ ਲਗਭਗ ਹਰ ਘਰ ਆਪਣੀ ਆਮਦਨੀ ਦਾ ਉਚੇਚਾ ਹਿੱਸਾ ਭੋਜਨ ਅਤੇ ਦਾਨ ਦਸ਼ਨਾ ਰਾਹੀਂ ਕਈ ਪੀੜ੍ਹੀਆਂ ਗਰੁੜ ਪੁਰਾਣ ਅਨੁਸਾਰ 34 ਪੀੜ੍ਹੀਆਂ ਤੱਕ ਬ੍ਰਾਹਮਣ ਦੇ ਘਰ ਪਹੁੰਚਾਈ ਰੱਖਣ ਲਈ ਮਜਬੂਰ ਹੁੰਦਾ ਹੈ। ਮਰ ਚੁੱਕੇ ਆਪਣੇ ਵਡੇਰਿਆਂ ਨਿਮਿਤ ਬ੍ਰਾਹਮਣਾਂ ਨੂੰ ਦਾਨ ਪੁੰਨ ਕਰਕੇ ਪਿੰਡ ਭਰਵਾਣੇ ਅਤੇ ਵਿਪਰ ਤੇ ਦੱਸੇ ਕੁਝ ਵਿਸ਼ੇਸ਼ ਧਰਮ ਕਰਮਾਂ ਤੋਂ ਛੁੱਟ ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਬੜੀ ਸ਼ਰਧਾ ਨਾਲ ਭੋਜਨ ਖਵਾਉਣ ਦੇ ਨਾਲ ਮਾਇਆ ਬਸਤਰ ਆਦਿ ਦਾਨ ਕਰਨ ਵਾਲੀ ਮੂਰਖ ਹੱਠ ਸ਼ਰਧਾ ਨੂੰ ਸ਼ਰਾਧ ਕਹਿੰਦੇ ਹਨ। ਗੁਰਮਤਿ ਨੇ ਇਸ ਫੋਕਟ ਕਰਮ ਦੀ ਖੰਡਨਾ ਕੀਤੀ ਹੈ। ਜੀਵਤ ਪਿੱਤਰ ਨਾ ਮਾਨੈ ਕੋਊ ਮੂਏ ਸਰਾਧ ਕਰਾਹੀ ਪੇਪਰ ਵੀ ਬਪੁਰੇ ਕਹੋ ਕਿਉ ਪਾਵੇਂ ਕਊਆ ਕੂਕਰ ਖਾਹੀ। ਪੰਨਾ 332। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਫਰਮਾਨ ਦਾ ਭਾਵ ਲੋਕ ਜਿਉਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ ਪਰ ਮਰ ਗਏ ਪਿੱਤਰਾਂ ਨਿਮਿਤ ਭੋਜਨ ਖਵਾਉਂਦੇ ਹਨ। ਵਿਚਾਰੇ ਪਿੱਤਰ ਭਲਾ ਉਹਨਾਂ ਸ਼ਰਾਧਾਂ ਦਾ ਭੋਜਨ ਕਿਵੇਂ ਪ੍ਰਾਪਤ ਕਰਨ? ਉਸ ਨੂੰ ਤਾਂ ਕਾਂ ਕੁੱਤੇ ਹੀ ਖਾ ਜਾਂਦੇ ਹਨ। ਸ਼ਰਾਧਾਂ ਦੇ ਹੀ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦਿਓ ਕਾਮ ਨਾਨਕ ਮਨਮੁਖ ਅੰਧ ਪਿਆਰ ਬਾਝ ਗੁਰੂ ਡੁੱਬਾ ਸੰਸਾਰ। ਪੰਨਾ 138। ਭਾਵ ਜੀਵ ਜੰਮਦਾ ਹੈ ਅਤੇ ਮਰ ਜਾਂਦਾ ਹੈ, ਉਸ ਦਾ ਨਾਮ ਵੀ ਆਖਰ ਮੁੱਕ ਜਾਂਦਾ ਹੈ। ਪਿੱਛੋਂ ਜੋ ਪਿੰਡ ਪੱਤਲ ਆਦਿ ਕੀਤੇ ਜਾਂਦੇ ਹਨ ਉਹ ਤਾਂ ਕੇਵਲ ਕਾਵਾਂ ਕੁੱਤਿਆਂ ਦਾ ਹੀ ਜੱਗ ਹੁੰਦਾ ਹੈ। ਮਰ ਚੁੱਕੇ ਪ੍ਰਾਣੀ ਦਾ ਅਜਿਹੀਆਂ ਗੱਲਾਂ ਨਾਲ ਕੀ ਵਾਸਤਾ? ਅਜਿਹੇ ਕਰਮ ਪ੍ਰਭੂ ਤੋਂ ਭੁੱਲੇ ਹੋਏ ਅਗਿਆਨੀ ਲੋਕ ਹੀ ਕਰਦੇ ਹਨ। ਪੂਰੇ ਗੁਰੂ ਦੇ ਲੜ ਲੱਗੇ ਬਿਨਾਂ ਜਨਮ ਮਰਨ ਦੇ ਗੇੜ ਵਿੱਚ ਫਸੇ ਲੋਕ ਸੰਸਾਰ ਸਮੁੰਦਰ ਵਿੱਚ ਡੁੱਬੇ ਗੋਤੇ ਖਾ ਰਹੇ ਹਨ। ਸਤਿਗੁਰਾਂ ਦੇ ਅਜਿਹੇ ਸਪਸ਼ਟ ਹੁਕਮਾਂ ਦੇ ਬਾਵਜੂਦ ਵੀ ਗੁਰੂ ਦੇ ਸਿੱਖ ਸ਼ਰਾਧ ਕਰਨ ਦੇ ਭਰਮ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਪਾ ਸਕੇ। ਜੇ ਬ੍ਰਾਹਮਣਾਂ ਨੂੰ ਨਹੀਂ ਤਾਂ 5 ਜਾਂ ਵੱਧ ਸਿੱਖਾਂ ਨੂੰ ਹੀ ਘਰ ਬੁਲਾ ਕੇ ਉਹੀ ਟਸਣ ਪੂਰੇ ਕਰ ਲਏ ਜਾਂਦੇ ਹਨ ਜੋ ਬ੍ਰਾਹਮਣ ਨੂੰ ਭੋਜਨ ਛਕਾਉਣ ਲੱਗਿਆਂ ਕੀਤੇ ਜਾਂਦੇ ਸਨ। ਘਰ ਵਾਲਿਆਂ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਪ੍ਰਸ਼ਾਦੇ ਛਕਣ ਆਏ ਸਿੰਘ ਸਤਿਗੁਰਾਂ ਦੇ ਇਸ ਬਚਨ ਦੀ ਪਾਲਣਾ ਪੂਰੇ ਚੇਤੇ ਨਾਲ ਕਰ ਰਹੇ ਹੁੰਦੇ ਹਨ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਨ ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ। ਪੰਨਾ 473। ਗੁਰੂ ਨਾਨਕ ਸਾਹਿਬ ਜੀ ਅੱਸੂ ਸੁਦੀ 10ਵੀਂ ਨੂੰ ਜੋਤੀ ਜੋਤ ਸਮਾਏ ਸਨ ਕਿ ਜਾਂ ਅੱਸੂ ਦੀ 23 ਨੂੰ? ਇਸ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹੈ। ਪਰ ਜੇ ਮੰਨ ਵੀ ਲਿਆ ਜਾਵੇ ਕਿ ਗੁਰਦੇਵ ਜੀ ਅੱਸੂ ਸੁਦੀ 10ਵੀਂ ਨੂੰ ਸਰੀਰਕ ਸੰਸਾਰ ਯਾਤਰਾ ਸਮਾਪਤ ਕਰ ਗਏ ਸਨ ਤਦ ਵੀ ਸਿੱਖਾਂ ਲਈ ਉਹ ਮਹਾਨ ਪੁਰਬ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸ਼ਰਾਧ ਮੰਨਣ ਦਾ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ। ਵੇਖਣ ਵਿੱਚ ਆਇਆ ਹੈ ਕਿ ਸਿੱਖ ਪਰਿਵਾਰ ਉਸ ਦਿਨ ਆਪਣੇ ਘਰਾਂ ਵਿੱਚ ਸਤਿਗੁਰਾਂ ਦਾ ਸ਼ਰਾਧ ਕਰਨ ਦਾ ਅਡੰਬਰ ਰਚ ਬੈਠਦੇ ਹਨ। ਗੁਰਮਤਿ ਵਿਰੁੱਧ ਅਜਿਹਾ ਵਿਪਰੀਕਾਰਾ ਕਰਨਾ ਬਦਕਿਸਮਤੀ ਹੈ। ਬਹਾਨਾ ਇਹ ਕੀਤਾ ਜਾ ਰਿਹਾ ਹੁੰਦਾ ਹੈ ਕਿ ਅਸੀਂ ਬ੍ਰਾਹਮਣਾਂ ਨੂੰ ਥੋੜ੍ਹਾ ਮੰਨਦੇ ਹਾਂ, ਅਸੀਂ ਤਾਂ ਗੁਰਸਿੱਖਾਂ ਨੂੰ ਭੋਜਨ ਛਕਾਉਣ ਵਾਲਾ ਸਿੱਖੀ ਸਿਦਕ ਨਿਭਾ ਰਹੇ ਹਾਂ। ਕਿਹੜਾ ਪੁੱਛੇ ਕਿ ਇਹਨਾਂ ਅਨੋਖੇ ਸ਼ਰਧਾਵਾਨਾਂ ਨੂੰ ਕਿ ਹੇ ਭਲੇ ਲੋਕੋ ਬਾਕੀ ਸਾਰਾ ਸਾਲ ਤੁਹਾਡਾ ਇਹ ਸਿੱਖੀ ਸਿਦਕ ਕੀ ਸੁੱਤਾ ਰਹਿੰਦਾ ਹੈ? ਸਿੱਖਾਂ ਨੂੰ ਭੋਜਨ ਛਕਾਉਣ ਵਾਲਾ ਤੁਹਾਡਾ ਇਹ ਸਿੱਖੀ ਸਿਦਕ ਸਤਿਗੁਰਾਂ ਦੇ
ਇਸ ਮਹਾਨ ਪੁਰਬ ਨੂੰ ਹੀ ਕਿਸ ਕਾਰਨ ਜਾਗਦਾ ਹੈ। ਜਿਹੜੇ 5 ਕਕਾਰੀਏ ਚੜ੍ਹਦੀ ਕਲਾ ਦੇ ਬਾਣਿਆਂ ਵਾਲੇ ਹੋਣ ਤੇ ਜਾਂ ਕੇਵਲ ਕੇਸਾਧਾਰੀ ਕਥਿਤ ਸਿੰਘ ਅਜਿਹੇ ਸ਼ਰਧਾਲੂਆਂ ਦੇ ਘਰੀਂ ਪ੍ਰਸ਼ਾਦੇ ਛਕਦੇ ਹਨ, ਉਹ ਆਪਣੇ ਸਤਿਗੁਰਾਂ ਵੱਲ ਪਿੱਠ ਕਰਕੇ ਅਸਲ ਵਿੱਚ ਦਾੜ੍ਹੀ ਕੇਸਾਂ ਵਾਲੇ ਵਿਪਰਾਂ ਦੀ ਭੂਮਿਕਾ ਨਿਭਾ ਰਹੇ ਹੁੰਦੇ ਹਨ। ਸਤਿਗੁਰਾਂ ਦਾ ਫਰਮਾਨ ਹੈ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਦ ਸ਼ਿੰਗਾਰ ਫੋਕਟ ਫੁਕਟਈਆ, ਕਿਉ ਸ਼ਿੰਗਾਰ ਮਿਲਣ ਕੈ ਤਾਈ, ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ। ਪੰਨਾ 836। ਗੁਰੂ ਪਰਮੇਸ਼ਵਰ ਜੀ ਦੇ ਹੁਕਮਾਂ ਦੇ ਵਿਰੁੱਧ ਕਰਮ ਕਰਨ ਵਾਲੇ ਅਜਿਹੇ ਗੁਰਸਿੱਖ ਉਸ ਵੇਲੇ ਭੋਜਨ ਨਹੀਂ ਖਾ ਰਹੇ ਹੁੰਦੇ, ਸਗੋਂ ਸਤਿਗੁਰਾਂ ਦੇ ਉਪਰੋਕਤ ਹੁਕਮ ਦੀ ਉਲੰਘਣਾ ਰੂਪੀ ਅਵਗਿਆ ਕਰਨ ਦਾ ਪਾਪ ਰੂਪੀ ਥੁੱਕ ਚੱਟ ਰਹੇ ਹੁੰਦੇ ਹਨ। ਕਿੱਡੀ ਮੰਦਭਾਗੀ ਸਥਿਤੀ ਹੈ ਕਿ ਗੁਰਸਿੱਖਾਂ ਨੇ ਬ੍ਰਾਹਮਣੀ ਭਰਮ ਦਾ ਪ੍ਰਭਾਵ ਇੱਥੋਂ ਤੱਕ ਕਬੂਲਿਆ ਹੈ ਕਿ ਉਹਨਾਂ ਦਿਨਾਂ ਵਿੱਚ ਹਿੰਦੂਆਂ ਵਾਂਗ ਹੀ ਆਪਣੇ ਬੱਚੇ ਬੱਚੀ ਦੀ ਸ਼ਾਦੀ ਨਹੀਂ ਕਰਦੇ, ਸਗੋਂ ਸ਼ਰਾਧਾਂ ਦੇ ਦਿਨਾਂ ਵਿੱਚ ਗੁਰਸਿੱਖੀ ਬਾਣੇ ਵਿੱਚ ਫੱਬ ਕੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਨਿਮਿਤ ਉਚੇਚੇ ਤੌਰ 'ਤੇ ਚਾਹ ਦੇ ਲੰਗਰ, ਮਠਿਆਈਆਂ, ਫਰੂਟ, ਰੋਟੀਆਂ, ਪੂੜੀਆਂ, ਕੜਾਹ ਆਦਿ ਪ੍ਰਸ਼ਾਦ ਵਜੋਂ ਸੰਗਤਾਂ ਵਿੱਚ ਵੰਡਦੇ ਹਨ। ਅਜਿਹਾ ਕੁਝ ਪ੍ਰਸ਼ਾਦ ਨਹੀਂ ਹੁੰਦਾ। ਅਗਿਆਨਤਾ ਨੂੰ ਹਵਾ ਦੇਣ ਵਾਲੀ ਮੰਦ ਕਰਤੂਤ ਨਾਲ ਸਿੱਖੀ ਨੂੰ ਬ੍ਰਾਹਮਣ ਦੀ ਝੋਲੀ ਵਿੱਚ ਪਾਉਣ ਵਾਲਾ ਅਥਵਾ ਸਤਿਗੁਰ ਜੀ ਦੀ ਆਗਿਆ ਦੀ ਉਲੰਘਣਾ ਵਾਲਾ ਮੰਦ ਕਰਮ ਹੈ। ਅਜਿਹੇ ਦਿਨਾਂ ਵਿੱਚ ਤਾਂ ਸਗੋਂ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਕੇ ਬ੍ਰਾਹਮਣੀ ਭਰਮ ਦਾ ਬਿਸਤਰਾ ਗੋਲ ਕਰਨ ਵਰਗੇ ਸ਼ੁਭ ਕਰਮ ਕਰਨੇ ਚਾਹੀਦੇ ਹਨ। ਗੁਰਸਿੱਖਾਂ ਦਾ ਹਰ ਰੀਤੀ ਰਿਵਾਜ ਲੋਕਾਂ ਦੇ ਮਨਾਂ 'ਤੇ ਡੂੰਘਾ ਪ੍ਰਭਾਵ ਪਾ ਰਿਹਾ ਹੋਣਾ ਚਾਹੀਦਾ ਹੈ ਕਿ ਸਤਿਗੁਰਾਂ ਦਾ ਖਾਲਸਾ ਹਰ ਪ੍ਰਕਾਰ ਦੇ ਭਰਮਾਂ ਤੋਂ ਰਹਿਤ ਹੋ ਕੇ ਅਜਿਹੇ ਸੱਚੇ ਮਾਰਗ ਦਾ ਪਾਂਧੀ ਬਣ ਚੁੱਕਾ ਹੈ ਜੋ ਸਿੱਧਾ ਪ੍ਰਭੂ ਦੇ ਦਰਬਾਰ ਵਿੱਚ ਲੈ ਪੜਦਾ ਹੈ। ਗੁਰੂ ਦੇ ਸਿੱਖ ਨੂੰ ਸਦਾ ਸੁਚੇਤ ਰਹਿੰਦਿਆਂ ਵਿਪਰਨ ਕੀ ਰੀਤ ਵਾਲੇ ਕਰਮਕਾਂਡੀ ਧਰਮ ਕਰਮਾਂ ਤੋਂ ਨਿਰਲੇਪ ਰਹਿਣਾ ਲੋੜੀਏ। ਨੀਚੇ ਲੋਇਨ ਕਰ ਰਹੂੰ ਲੈ ਸਾਜਨ ਘਟ ਮਾਹੇ, ਸਭ ਰਸ ਖੇਲੋਂ ਪੀ ਸਿਉ ਕਿਸੀ ਲਖਾਵੋਂ ਨਾਹੇ, 8 ਜਾਮ 64 ਘਰੀ ਤੋਏ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘਟ ਦੇਖੋਂ ਪੀਓ। ਪੰਨਾ 1377। ਭਾਗ ਪੰਜਵਾਂ। ਨਵਰਾਤਰੇ। ਦੇਵੀ ਦੇਵਤਿਆਂ ਦੀ ਕਿਸੇ ਅੱਡਰੀ ਹੋਂਦ ਨੂੰ ਗੁਰਮਤਿ ਨਹੀਂ ਮੰਨਦੀ। ਠੀਕ ਤਰ੍ਹਾਂ ਸਮਝਣ ਲਈ ਪੜ੍ਹੋ ਲੇਖ ਦੇਵੀ ਦੇਵਤੇ ਅਤੇ ਗੁਰਮਤਿ ਪੁਸਤਕ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਪਹਿਲਾ ਭਾਗ, ਕਾਂਡ ਤੀਜਾ। ਦੇਵੀ ਦੇਵਤਿਆਂ ਬਾਰੇ ਸਤਿਗੁਰ ਦਾ ਫਰਮਾਨ ਹੈ, ਦੇਵੀ ਦੇਵਾ ਮੂਲ ਹੈ ਮਾਇਆ। ਪੰਨਾ 129। ਭਾਵ ਮਾਇਆ ਹੀ ਦੇਵੀ ਦੇਵਤੇ ਰਚੇ ਜਾਣ ਦਾ ਕਾਰਨ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਦੇ ਘਰ ਭਾਵੇਂ ਕਿਸੇ ਵੀ ਬਹਾਨੇ ਕਿਸੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੋਵੇ ਤਾਂ ਸਿੱਖੀ ਕੋਲੋਂ ਤੇਜ ਪ੍ਰਤਾਪ ਦੇ ਖੁੱਸ ਜਾਣ ਦੀ ਸਮਝ ਆ ਰਹੀ ਹੁੰਦੀ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇਹ, ਪਾਹਣ ਨੀਰ ਪਖਾਲੀਏ ਭਾਈ, ਜਲ ਮੈਂ ਬੁੱਢੇ ਤੇ। ਪੰਨਾ 637। ਅਸੂ ਸੁਦੀ 1 ਤੋਂ ਲੈ ਕੇ 9 ਤੀਕ 9 ਰਾਤਾਂ ਅਤੇ ਚੇਤ ਸੁਦੀ 1 ਤੋਂ ਲੈ ਕੇ 9 ਤੀਕ ਤੱਕ 9 ਰਾਤਾਂ ਵਿੱਚ ਦੁਰਗਾ ਦੇ ਉਪਾਸ਼ਕ ਦੇਵੀ ਦੇ 9 ਸਰੂਪਾਂ ਦੀ ਪੂਜਾ ਕਰਦੇ ਹਨ। ਪੁਰਾਣਾ ਅਨੁਸਾਰ ਦੋਹਾਂ ਨਵਰਾਤਰਿਆਂ ਸਮੇਂ ਪੂਜੀਆਂ ਜਾਣ ਵਾਲੀਆਂ ਦੇਵੀਆਂ ਦੇ 9 ਸਰੂਪਾਂ ਦੇ ਨਾਮ ਇਸ ਪ੍ਰਕਾਰ ਹਨ। ਅੱਸੂ ਮਹੀਨੇ ਦੇ ਅੱਸੂ ਸੁਦੀ 1 ਤੋਂ 9 ਤੱਕ ਨਵਰਾਤਰਿਆਂ ਵਿੱਚ ਪੂਜੀ ਜਾਣ ਵਾਲੀ ਦੇਵੀ ਦੇ ਰੂਪ: ਨੰਬਰ 1 ਸ਼ੈਲਪੁੱਤਰੀ, ਨੰਬਰ 2 ਬ੍ਰਹਮਚਾਰਣੀ, ਨੰਬਰ 3 ਚੰਦਰਘਟਾ, ਨੰਬਰ 4 ਕੁਲਮਾਂਡਾ, ਨੰਬਰ 5 ਸਰਕੰਦ ਮਾਤਾ, ਨੰਬਰ 6 ਕਾਤਯਾਨੀ, ਨੰਬਰ 7 ਕਾਲਰਾਤਰ, ਨੰਬਰ 8 ਮਹਾਗੌਰੀ ਅਤੇ ਨੰਬਰ 9 ਸਿੱਧਤਾ। ਚੇਤ ਮਹੀਨੇ ਚੇਤ ਸੁਦੀ 1 ਤੋਂ 9 ਤੱਕ ਪੂਜੀਆਂ ਜਾਣ ਵਾਲੀਆਂ ਦੇਵੀ ਰੂਪਾਂ ਦੇ ਅਥਵਾ ਨਵ ਕੁਮਾਰੀਆਂ ਦੇ ਨਾਮ: ਨੰਬਰ 1 ਕੁਮਾਰਿਕਾ, ਨੰਬਰ 2 ਤ੍ਰੈਮੂਰਤ, ਨੰਬਰ 3 ਕਲਿਆਣੀ, ਨੰਬਰ 4 ਰੋਹਿਣੀ, ਨੰਬਰ 5 ਕਾਲੀ, ਨੰਬਰ 6 ਚੰਡਿਕਾ,
ਨੰਬਰ 7 ਸ਼ਾਂਭਵੀ, ਨੰਬਰ 8 ਦੁਰਗਾ ਅਤੇ ਨੰਬਰ 9 ਸੁਭਦਰਾ ਕ੍ਰਿਸ਼ਨ ਦੀ ਭੈਣ। ਪਹਿਲੀ ਗੰਭੀਰ ਚੋਟ ਜੋ ਨਵ ਜਨਮੇ ਖਾਲਸਾ ਜੀ ਤੇ ਪਈ ਉਹ ਸੀ ਆਰੰਭ ਤੋਂ ਹੀ ਖਾਲਸਾ ਜੀ ਅਜਿਹੀਆਂ ਭਿਅੰਕਰ ਔਕੜਾਂ ਵਿੱਚ ਫਸ ਗਏ ਜੋ ਆਪਣੇ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਨਾ ਕਰ ਸਕੇ। ਸਾਡੇ ਧਰਮ ਅਸਥਾਨ ਕਰੀਬ 150 ਸਾਲ ਬ੍ਰਾਹਮਣੀ ਸਿੱਖਿਆ ਦੀ ਉਪਜ ਉਦਾਸੀਆਂ, ਨਿਰਮਲਿਆਂ ਅਥਵਾ ਪ੍ਰੋਤ ਪੰਡਤਾਂ ਦੇ ਕਬਜ਼ੇ ਵਿੱਚ ਰਹੇ, ਜਿਨ੍ਹਾਂ ਨੇ ਬ੍ਰਾਹਮਣੀ ਰੀਤਾਂ ਨੂੰ ਗੁਰਮਤ ਦਾ ਅੰਗ ਅਜਿਹੇ ਢੰਗ ਨਾਲ ਬਣਾਇਆ ਕਿ ਅੱਜ ਤੱਕ ਅਸੀਂ ਨਿਰਣਾ ਨਹੀਂ ਕਰ ਸਕੇ ਕਿ ਅਸਲ ਗੁਰਮਤ ਮਰਜ਼ਾਦਾ ਕੀ ਹੈ। ਅਸੀਂ ਕਦੇ ਇਹ ਵਿਚਾਰ ਵੀ ਨਹੀਂ ਕਰ ਸਕੇ ਕਿ ਦਸ਼ਮੇਸ਼ ਜੀ ਨੇ, ਜਿਸ ਨੂੰ ਬਕਾਇਦਾ ਤੌਰ ਤੇ ਤਖਤ ਚਬਰ ਦੇ ਮਾਲਕ ਬਣਾ ਕੇ ਗੁਰੂ ਮਾਨਿਓ ਗ੍ਰੰਥ ਦਾ ਹੁਕਮ ਸਾਦਰ ਕੀਤਾ ਸੀ, ਉਸ ਅਨੁਪਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰੂ ਬਾਣੀ ਤੋਂ ਬਿਨਾਂ ਗੁਰਿਆਈ ਮਿਲਿਆ ਦਸਮ ਗੁਰੂ ਗ੍ਰੰਥ ਜੀ ਦੀ ਬਾਣੀ ਅੱਗੇ ਕਿਵੇਂ ਲੰਘ ਗਈ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੇਵਲ 2 ਬਾਣੀਆਂ ਅਤੇ ਦਸਮ ਗ੍ਰੰਥ ਜੀ ਵਿੱਚੋਂ 3 ਬਾਣੀਆਂ ਪੜ੍ਹੀਆਂ ਜਾਂਦੀਆਂ ਹਨ ਅਤੇ ਫਿਰ ਦੂਜਾ ਭਾਣਾ ਇਹ ਵਰਤਿਆ ਕਿ ਸਿੰਘਾਂ ਦੇ ਲਗਭਗ ਸਾਰੇ ਘਰਾਂ ਵਿੱਚ ਅੱਡੋ ਅੱਡਰੇ ਪ੍ਰੋਹਤ ਦੇ ਰੂਪ ਵਿੱਚ ਬ੍ਰਾਹਮਣ ਮੱਲ ਮਾਰ ਬੈਠਾ ਹੋਇਆ ਸੀ। ਇਹ ਪ੍ਰੋਹਤ ਸਿੱਖ ਬੱਚੀਆਂ ਦੇ ਮਨਾਂ ਵਿੱਚ ਸਾਰੀਆਂ ਥਿੱਤਾਂ, ਵਾਰਾਂ, ਮਹੂਰਤਾਂ ਆਦਿ ਦਾ ਭਰਮ ਨਿਰੰਤਰ ਤਾਜ਼ਾ ਕਰੀ ਰੱਖਦਾ ਸੀ। ਅਜਿਹੇ ਕਰੜੇ ਬ੍ਰਾਹਮਣੀ ਪ੍ਰਚਾਰ ਦਾ ਪ੍ਰਭਾਵ ਸਾਡੀ ਕੌਮ ਨੇ ਇੰਨਾ ਕਬੂਲ ਲਿਆ ਹੋਇਆ ਹੈ ਕਿ ਕੁਝ ਗੁਰਮੁਖ ਪਰਿਵਾਰਾਂ ਨੂੰ ਛੱਡ ਕੇ ਸਿੱਖਾਂ ਦੀਆਂ ਮਾਸੂਮ ਬੱਚੀਆਂ ਮਿੱਟੀ ਦੀ ਦੇਵੀ ਬਣਾ ਕੇ ਉਸ ਦੀ ਪੂਜਾ ਕਰਦੀਆਂ, ਵਰਤ ਰੱਖਦੀਆਂ ਅਤੇ ਦੇਵੀ ਦੀਆਂ ਭੇਟਾਂ ਗਾਉਂਦੀਆਂ ਵੇਖੀਆਂ ਜਾਂਦੀਆਂ ਹਨ। 9ਵੇਂ ਦਿਨ ਉਸ ਮਿੱਟੀ ਆਦਿ ਦੀ ਦੇਵੀ ਨੂੰ ਜਲ ਪ੍ਰਵਾਹ ਕਰਨ ਜਾਂਦੀਆਂ। ਤੜਕੇ ਮੂੰਹ ਹਨੇਰੇ ਹੀ ਦੁਰਗਾ ਆ ਦੇਵੀ ਦੀਆਂ ਭੇਟਾਂ ਬੜੀ ਉੱਚੀ ਸੁਰ ਨਾਲ ਗਾਉਂਦੀਆਂ ਸੁਣੀਆਂ ਜਾਂਦੀਆਂ ਹਨ। 9 ਦੇਵੀਆਂ ਦੇ ਥਾਂ 9 ਕੰਜਕਾਂ ਨੂੰ ਭੋਜਨ ਕਰਾਇਆ ਜਾਂਦਾ ਹੈ। ਚੰਡੀ ਦੀ ਵਾਰ ਵਿਚਲੀ ਦੇਵੀ ਦਾ ਇਹ ਮੁੱਢਲਾ ਰੂਪ ਹੈ। ਕਿਸ ਮੂੰਹ ਨਾਲ ਕਿਹਾ ਜਾਂਦਾ ਹੈ ਕਿ ਦਸਮ ਗ੍ਰੰਥ ਵਿੱਚ ਮਿਥਿਹਾਸ ਲਿਖੇ ਜਾਣ ਤੋਂ ਪਹਿਲਾਂ ਭਾਰਤੀ ਜਨਤਾ ਉਸ ਤੋਂ ਅਣਜਾਣ ਸੀ। ਨਵਰਾਤਰਿਆਂ ਵਿੱਚ ਦੁਰਗਾ ਪੂਜਨ ਦਾ ਰਿਵਾਜ ਪਹਿਲਾਂ ਤਾਂ ਕਰੀਬ ਸਾਰੇ ਪੰਜਾਬ ਵਿੱਚ ਹੀ ਪ੍ਰਚਲਿਤ ਸੀ, ਪਰ ਗੁਰਦਾਸਪੁਰ, ਪਠਾਨਕੋਟ, ਦੀਨਾਨਗਰ ਤਹਿਸੀਲਾਂ ਵਿੱਚ, ਜੰਮੂ ਕਸ਼ਮੀਰ ਆਦਿ ਸਾਰੀ ਪਹਾੜੀ ਇਲਾਕਿਆਂ ਵਿੱਚ, ਹਰਿਆਣੇ ਪ੍ਰਾਂਤ ਵਿੱਚ ਅਥਵਾ ਹਿੰਦੂ ਬਹੁ ਗਿਣਤੀ ਵਾਲੇ ਸਾਰੇ ਪ੍ਰਦੇਸ਼ਾਂ ਵਿੱਚ ਅਜੇ ਤੱਕ ਵੀ ਕੰਜਕਾਂ ਭਾਵ ਕੁਆਰੀਆਂ ਕੁੜੀਆਂ ਦੇਵੀ ਦੀ ਪੂਜਾ ਵਿੱਚ ਰੁੱਝੀਆਂ ਵੇਖੀਆਂ ਜਾ ਸਕਦੀਆਂ ਹਨ। ਬ੍ਰਾਹਮਣੀ ਲੁੱਟ ਨੀਤੀ ਦੇ ਕਾਰਨ ਮਿੱਥੇ 15 ਸ਼ਰਾਧਾਂ ਦੇ ਖਤਮ ਹੁੰਦਿਆਂ ਹੀ 9 ਨਵਰਾਤਰੇ ਆਰੰਭ ਹੋ ਜਾਂਦੇ ਹਨ। ਇਹਨਾਂ ਦਿਨਾਂ ਦਾ ਸੰਬੰਧ ਦੇਵੀ ਦੇ ਭਗਤਾਂ ਨਾਲ ਹੈ। ਅਜਿਹੇ ਲੋਕ ਇਹਨਾਂ ਦਿਨਾਂ ਵਿੱਚ ਵੀ ਦੇਵੀਆਂ ਦੇ ਹਿਸਾਬ ਨਾਲ 9 ਕੰਜਕਾਂ ਨੂੰ ਭੋਜਨ ਖਵਾਉਂਦੇ ਹਨ ਅਤੇ ਚੁੰਨੀਆਂ, ਗਹਿਣੇ ਆਦਿ ਦਾਨ ਵਜੋਂ ਦਿੰਦੇ ਹਨ। ਇਹਨਾਂ ਦਿਨਾਂ ਵਿੱਚ ਮਾਸ, ਆਂਡੇ ਆਦਿ ਦਾ ਪਰਹੇਜ਼ ਕਰਦੇ ਹਨ ਅਤੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ, ਪਰ ਖਾਨਦਾਨੀ ਪ੍ਰੋਹਤ ਰੱਖਣ ਦੀ ਬਿਮਾਰੀ ਵਿੱਚ ਫਸਿਆ ਹੋਣ ਕਰਕੇ ਦੇਖਾ ਦੇਖੀ ਕੰਜਕਾਂ ਨੂੰ ਪੂਜਦੇ ਅਤੇ ਸੁਖਣਾ ਸੁਖਦੇ ਹਨ। ਦੇਵੀ ਪ੍ਰਤੀ ਸ਼ਰਧਾ ਪੈਦਾ ਕਰਨ ਦਾ ਸੂਖਸ਼ਮ ਕਾਰਨ ਦਸਮ ਗ੍ਰੰਥ ਸਾਹਿਬ ਵੀ ਅਸਰਦਾਰ ਹਿੱਸਾ ਪਾ ਰਿਹਾ ਹੈ। ਚੰਡੀ ਦੀ ਵਾਰ ਆਦਿ ਬਾਣੀਆਂ ਦੇਵੀ ਦੀ ਪੂਜਾ ਨਾਲ ਜੋੜਨ ਦੀ ਰੁਚੀ ਬਣਾਉਣ ਤੋਂ ਵੱਧ ਹੋਰ ਕੁਝ ਨਹੀਂ ਸਵਾਰਦੀਆਂ। ਯੂਪੀ ਦੀਆਂ ਬਰਫਾਨੀ ਪਹਾੜੀਆਂ ਵਿੱਚ ਹੇਮਕੁੰਟ ਸਾਹਿਬ ਵਰਗਾ ਤੀਰਥ ਬਣਵਾ ਕੇ ਖਾਲਸਾ ਜੀ ਦੀ ਕਮਾਈ ਦੇ ਲੱਖਾਂ ਕਰੋੜਾਂ ਦਮੜੇ ਯੂਪੀ ਦੀ ਸਰਕਾਰ ਦੇ ਖਜ਼ਾਨੇ ਦੀ ਪੱਕੀ ਆਮਦਨ ਬਣਾ ਦੇਣੇ ਵੀ ਸ੍ਰੀ ਦਸਮ ਗ੍ਰੰਥ ਜੀ ਦੀ ਹੀ ਕਰਾਮਾਤ ਹੈ। ਸਿੱਖਾਂ ਵਿੱਚ ਮੀਟ ਆਂਡੇ ਨਾ ਖਾਣ ਵਿੱਚ ਪਵਿੱਤਰਤਾ ਸਮਝਣ ਵਾਲੀ ਬਿਮਾਰੀ ਵੀ ਬ੍ਰਾਹਮਣੀ ਗਿਆਨ ਤੋਂ ਹੀ ਆਈ ਹੈ। ਇਹ ਸਾਰਾ ਹੀ ਗੁਰਮਤਿ ਵਿਰੋਧੀ ਵਿਪਰੀ ਭਰਮਜਾਲ ਹੈ। ਪੜ੍ਹੋ ਪੁਸਤਕ ਮਾਸ ਮਾਸ ਕਰ ਮੂਰਖ ਝਗੜੇ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ ਚੌਥਾ ਅਤੇ ਪੰਜਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।